ਬਿਲ ਆਫ ਲੇਡਿੰਗ ਦੇ ਨਿਯਮ ਅਤੇ ਸ਼ਰਤਾਂ। ਲੇਟੈਸਟ ਅਪਡੇਟ ਦੇ ਲਈ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ। ਬਿਲ ਆਫ ਲੇਡਿੰਗ ਦੇ ਨਿਯਮ ਅਤੇ ਸ਼ਰਤਾਂ। ਇਹ ਪੇਸ਼ਕਾਰੀ JBS ਅਕੈਡਮੀ ਦੁਆਰਾ ਤਿਆਰ ਕੀਤਾ ਗਿਆ ਇੱਕ ਟਿਊਟੋਰੀਅਲ ਹੈ ਜੋ ਉਪਭੋਗਤਾਵਾਂ ਨੂੰ ਬਿਲ ਆਫ ਲੇਡਿੰਗ ਤਿਆਰ ਕਰਨ ਦੀਆਂ ਬਾਰੀਕੀਆਂ ਸਿੱਖਣ ਵਿੱਚ ਮਦਦ ਕਰਦਾ ਹੈ। ਇਹ ਆਮ ਦਿਸ਼ਾ ਨਿਰਦੇਸ਼ ਅਤੇ ਖਾਸ ਵੇਰਵੇ ਹਨ ਜੋ ਭੂਗੋਲਿਕ ਜਾਂ ਕਾਨੂੰਨੀ ਲੋੜਾਂ ਕਾਰਨ ਵੱਖ-ਵੱਖ ਹੋ ਸਕਦੇ ਹਨ। ਇਹ ਵੀਡੀਓ JBS ਅਕੈਡਮੀ ਦੁਆਰਾ ਬਿਲ ਆਫ ਲੇਡਿੰਗ ਤੇ ਦਿਖਾਈ ਦੇਣ ਵਾਲੇ ਨਿਯਮਾਂ ਅਤੇ ਸ਼ਰਤਾਂ ਨੂੰ ਸਰਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਸ਼ਿਪਿੰਗ ਦੇ ਵਿਸ਼ੇਸ਼ ਮਾਮਲਿਆਂ ਲਈ ਕਿਰਪਾ ਕਰਕੇ ਅਸਲ ਨਿਯਮਾਂ ਨੂੰ ਵੇਖੋ ਜੋ ਕਿ ਬਿਲ ਆਫ ਲੇਡਿੰਗ ਤੇ ਦਿੱਤੇ ਗਏ ਹਨ, ਕਿਉਂਕਿ ਵੱਖ-ਵੱਖ ਕੰਪਨੀਆਂ ਵਿੱਚ ਕੁਝ ਨਿਯਮ ਵੱਖ-ਵੱਖ ਹੋ ਸਕਦੇ ਹਨ। ਸਮੁੰਦਰੀ ਆਵਾਜਾਈ ਦੇ ਦੌਰਾਨ ਬਿਲ ਆਫ ਲੇਡਿੰਗ ਦੇ ਹੇਠ ਲਿਖੀਆਂ ਸ਼ਰਤਾਂ ਹਨ। ਪਰਿਭਾਸ਼ਾਵਾਂ। ਕੈਰੇਜ ਦਾ ਅਰਥ ਹੈ ਮਾਲ ਦੇ ਸੰਬੰਧ ਵਿੱਚ ਕੰਬਾਈਨ ਟਰਾਂਸਪੋਰਟ ਆਪਰੇਟਰ CTO ਦੁਆਰਾ ਕੀਤੇ ਗਏ ਸਾਰੇ ਸੰਚਾਲਨ ਅਤੇ ਸੇਵਾਵਾਂ। ਸੰਯੁਕਤ ਆਵਾਜਾਈ ਦਾ ਅਰਥ ਹੈ ਇੱਕ ਸੰਯੁਕਤ ਟਰਾਂਸਪੋਰਟ ਇਕਰਾਰਨਾਮੇ ਦੇ ਆਧਾਰ ਤੇ ਆਵਾਜਾਈ ਦੇ ਘੱਟੋ-ਘੱਟ ਦੋ ਵੱਖ-ਵੱਖ ਢੰਗਾਂ ਦੁਆਰਾ ਮਾਲ ਦੀ ਢੋਆ-ਢੁਆਈ। ਇਹ ਕਿਸੇ ਵੀ ਦੇਸ਼ ਵਿੱਚ ਇੱਕ ਇਨਲੈਂਡ ਕੰਟੇਨਰ ਡਿਪੂ ICD ਜਾਂ ਪੋਰਟ ਤੋਂ ਆਉਂਦਾ ਹੈ ਜਿੱਥੇ ਮਾਲ ਨੂੰ ਸੰਯੁਕਤ ਟਰਾਂਸਪੋਰਟ ਆਪਰੇਟਰ CTO ਦੁਆਰਾ ਕਿਸੇ ਹੋਰ ਦੇਸ਼ ਵਿੱਚ ਸਥਿਤ ਡਿਲੀਵਰੀ ਲਈ ਮਨੋਨੀਤ ਸਥਾਨ ਤੋਂ ਲਿਜਾਇਆ ਜਾਂਦਾ ਹੈ। ਕੰਬਾਈਨ ਟਰਾਂਸਪੋਰਟ ਆਪਰੇਟਰ CTO ਦਾ ਮਤਲਬ ਹੈ ਇੱਕ ਕੰਬਾਈਨ ਟਰਾਂਸਪੋਰਟ ਡਾਕੂਮੈਂਟ CTD ਦਾ ਜਾਰੀਕਰਨ ਜੋ ਉਸਦੀ ਤਰਫੋਂ ਕੰਮ ਕਰਨ ਵਾਲੇ ਕਿਸੇ ਹੋਰ ਵਿਅਕਤੀ ਦੁਆਰਾ ਮਾਲ ਦੀ ਢੋਆ-ਢੁਆਈ ਲਈ ਇੱਕ ਸੰਯੁਕਤ ਟਰਾਂਸਪੋਰਟ ਇਕਰਾਰਨਾਮੇ ਨੂੰ ਪੂਰਾ ਕਰਦਾ ਹੈ ਅਤੇ ਜੋ ਸੰਯੁਕਤ ਟਰਾਂਸਪੋਰਟ ਕੰਟਰੈਕਟ ਦੀ ਕਾਰਗੁਜ਼ਾਰੀ ਲਈ ਜ਼ਿੰਮੇਵਾਰੀ ਲੈਂਦਾ ਹੈ, ਬਸ਼ਰਤੇ ਹਾਲਾਂਕਿ ਉਸ ਕੋਲ ਸਮੁੰਦਰ ਦੁਆਰਾ ਸਮੁੰਦਰੀ ਜਹਾਜ਼ ਦੇ ਮਾਲਕ ਦਾ ਚਾਰਟਰਰ ਦੇ ਤੌਰ ਤੇ ਆਪਣੇ ਕਾਰੋਬਾਰ ਦਾ ਆਮ ਤਰੀਕਾ ਹੈ। ਭੇਜਣ ਵਾਲੇ ਦਾ ਅਰਥ ਹੈ ਉਹ ਵਿਅਕਤੀ ਜੋ ਮਾਲ ਦੀ ਡਿਲੀਵਰੀ ਲੈਣ ਦਾ ਹੱਕਦਾਰ ਹੈ। ਕੰਟੇਨਰ ਵਿੱਚ ਕੋਈ ਵੀ ਕੰਟੇਨਰ, ਢੋਆ-ਢੁਆਈਯੋਗ ਟੈਂਕ, ਫਲੈਟ, ਪੈਲੇਟ ਜਾਂ ਸਮਾਨ ਨੂੰ ਇਕੱਠਾ ਕਰਨ ਲਈ ਵਰਤਿਆ ਜਾਣ ਵਾਲਾ ਟਰਾਂਸਪੋਰਟ ਦਾ ਕੋਈ ਸਮਾਨ ਸ਼ਾਮਿਲ ਹੁੰਦਾ ਹੈ। ਡਿਲੀਵਰੀ ਦਾ ਮਤਲਬ ਹੈ ਮਾਲ ਦੀ ਡਿਲੀਵਰੀ ਕਰਨਾ ਜਾਂ ਮਾਲ ਨੂੰ ਉਸ ਦੇ ਨਿਪਟਾਰੇ ਤੇ ਰੱਖਣਾ। ਉਹ ਪਾਰਟੀ ਜਿਸ ਨੂੰ ਪ੍ਰਾਪਤ ਕਰਨ ਦੀ ਹੱਕਦਾਰ ਹੈ। ਭਾੜੇ ਵਿੱਚ ਲਾਗੂ ਟੈਰਿਫ ਦੇ ਅਨੁਸਾਰ CTO ਨੂੰ ਭੁਗਤਾਨਯੋਗ ਸਾਰੇ ਖਰਚੇ ਸ਼ਾਮਲ ਹੁੰਦੇ ਹਨ। ਮਾਲ ਦਾ ਅਰਥ ਹੈ ਸ਼ਿਪਰ ਤੋਂ ਪ੍ਰਾਪਤ ਕੀਤਾ ਗਿਆ ਮਾਲ ਅਤੇ ਇਸ ਵਿੱਚ ਕੋਈ ਵੀ ਕੰਟੇਨਰ ਸ਼ਾਮਲ ਹੈ ਜੋ CTO ਦੁਆਰਾ ਜਾਂ ਉਸਦੀ ਤਰਫੋਂ ਸਪਲਾਈ ਨਹੀਂ ਕੀਤਾ ਗਿਆ ਹੈ। ਧਾਰਕ ਦਾ ਮਤਲਬ ਹੈ ਕੋਈ ਵੀ ਵਿਅਕਤੀ ਫਿਲਹਾਲ CTD ਦੇ ਕਬਜ਼ੇ ਵਿੱਚ ਹੈ ਜਿਸ ਨੂੰ ਮਾਲ ਦੀ ਸੰਪત્ਤੀ ਜਾਂ ਤਾਂ ਮਾਲ ਦੀ ਖੇਪ ਜਾਂ CTD ਦੀ ਪੁਸ਼ਟੀ ਜਾਂ ਕਿਸੇ ਹੋਰ ਕਾਰਨ ਕਰਕੇ ਦਿੱਤੀ ਗਈ ਹੈ। ਇਨਲੈਂਡ ਕੰਟੇਨਰ ਡਿਪੂ ICD ਦਾ ਮਤਲਬ ਹੈ ਉਹ ਜਗ੍ਹਾ ਜਿੱਥੇ ਮਾਲ ਦੀ ਕਸਟਮ ਕਲੀਅਰੈਂਸ ਦਿੱਤੀ ਜਾਂਦੀ ਹੈ ਅਤੇ ਉਸ ਦੇਸ਼ ਨੂੰ ਦਿੱਤੀ ਜਾਂਦੀ ਹੈ ਜਿਸ ਵਿੱਚ ICD ਸਥਿਤ ਹੈ। ਵਪਾਰੀ ਦਾ ਅਰਥ ਹੈ ਅਤੇ ਇਸ ਵਿੱਚ ਸ਼ਿਪਰ, ਮਾਲ ਭੇਜਣ ਵਾਲਾ, CTD ਦਾ ਧਾਰਕ, ਪ੍ਰਾਪਤ ਕਰਨ ਵਾਲਾ ਅਤੇ ਮਾਲ ਦਾ ਮਾਲਕ ਸ਼ਾਮਲ ਹੈ। ਮੁੱਦੇ ਦਾ ਪ੍ਰਭਾਵ। ਇਸ CTD ਦਾ ਜਾਰੀ ਕਰਨਾ ਇਹਨਾਂ ਸ਼ਰਤਾਂ ਵਿੱਚ ਨਿਰਧਾਰਤ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਬਚਾਅ ਪੱਖ ਨੂੰ ਇਸ ਵਿੱਚ ਦਿਲਚਸਪੀ ਰੱਖਣ ਵਾਲੀਆਂ ਜਾਂ ਬਾਅਦ ਵਿੱਚ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਧਿਰਾਂ ਤੇ ਨਿਰਧਾਰਤ ਕਰਦਾ ਹੈ ਅਤੇ ਲਾਗੂ ਕਰਦਾ ਹੈ। ਚੰਗੇ ਲਈ ਗੱਲਬਾਤ ਅਤੇ ਸਿਰਲੇਖ। CTD ਨੂੰ ਵਪਾਰੀ ਦੁਆਰਾ ਸਵੀਕਾਰ ਕੀਤਾ ਜਾਂਦਾ ਹੈ। ਅਜਿਹਾ ਕਰਨ ਵਿੱਚ ਵਪਾਰੀ ਅਤੇ ਉਸਦੇ ਤਬਾਦਲੇ ਕਰਨ ਵਾਲੇ CTO ਨਾਲ ਸਹਿਮਤ ਹੁੰਦੇ ਹਨ ਕਿ ਜਦੋਂ ਤੱਕ ਗੈਰ ਗੱਲਬਾਤ ਯੋਗ ਵਜੋਂ ਚਿੰਤਿਤ ਨਹੀਂ ਕੀਤਾ ਜਾਂਦਾ, ਇਹ ਮਾਲ ਅਤੇ ਧਾਰਕ ਲਈ ਇੱਕ ਸਿਰਲੇਖ ਬਣੇਗਾ। ਇਹ CTD CTO ਦੁਆਰਾ ਚਾਰਜ ਲੈਣ ਜਾਂ ਲੈਣ ਦਾ ਮੁੱਢਲਾ ਸਬੂਤ ਹੈ। ਇੱਥੇ ਵਰਣਿਤ ਸਮਾਨ ਲਈ ਜ਼ਿੰਮੇਵਾਰੀ। ਜਦੋਂ ਇਹ CTD ਨਾਲ ਗੱਲਬਾਤ ਕੀਤੀ ਗਈ ਹੋਵੇ ਤਾਂ ਇਸ ਦੇ ਉਲਟ ਸਬੂਤ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ CTD ਨੂੰ ਜਾਰੀ ਕਰਨ ਦੀਆਂ ਜ਼ਿੰਮੇਵਾਰੀਆਂ ਅਤੇ ਦੇਣਦਾਰੀਆਂ। CTO ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਅਤੇ ਦੇਣਦਾਰੀਆਂ ਹਨ। ਢੋਆ-ਢੁਆਈ ਦਾ ਸਮਾਨ ਸਾਰੀਆਂ ਸੇਵਾਵਾਂ ਸਮੇਤ ਜੋ ਡਿਲੀਵਰੀ ਦੇ ਸਮੇਂ ਅਜਿਹੀ ਆਵਾਜਾਈ ਲਈ ਜ਼ਰੂਰੀ ਹਨ, ਉਸਦੇ ਆਪਣੇ ਨਾਮ ਤੋਂ ਹੋਣੇ ਚਾਹੀਦੇ ਹਨ।
ਉਹ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਕਰਨ ਜਾਂ ਪ੍ਰਾਪਤ ਕਰਨ ਲਈ ਸਾਰੇ ਕੰਮ ਕਰਦੇ ਹਨ। ਉਹ ਉਸਦੇ ਜਾਂ ਉਸਦੇ ਏਜੰਟਾਂ ਜਾਂ ਨੌਕਰਾਂ ਦੇ ਨਾਲ-ਨਾਲ ਹੋਰ ਵਿਅਕਤੀਆਂ ਦੇ ਕੰਮਾਂ ਅਤੇ ਭੁੱਲਾਂ ਲਈ ਜ਼ਿੰਮੇਵਾਰੀ ਸਵੀਕਾਰ ਕਰਦੇ ਹਨ ਜਿਨ੍ਹਾਂ ਦੀਆਂ ਸੇਵਾਵਾਂ ਉਹ ਜਾਂ ਉਸ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਵਰਤਦਾ ਹੈ, ਜਿਵੇਂ ਕਿ ਇਸ CTD ਦੁਆਰਾ ਪ੍ਰਮਾਣਿਤ ਹੈ। ਉਹ ਹਿਰਾਸਤ ਵਿੱਚ ਮਾਲ ਪ੍ਰਾਪਤ ਕਰਨ ਦੇ ਸਮੇਂ ਜਾਂ ਡਿਲੀਵਰੀ ਦੇ ਸਮੇਂ ਜਾਂ ਡਿਲੀਵਰੀ ਵਿੱਚ ਦੇਰੀ ਦੇ ਸਮੇਂ ਕਿਸੇ ਵੀ ਨੁਕਸਾਨ ਜਾਂ ਮਾਲ ਦੇ ਨੁਕਸਾਨ ਲਈ ਜ਼ਿੰਮੇਵਾਰ ਮੰਨੇ ਜਾਂਦੇ ਹਨ। ਫਿਰ ਉਹ ਮੁਆਵਜ਼ੇ ਦਾ ਭੁਗਤਾਨ ਕਰੇਗਾ ਜਿਵੇਂ ਕਿ ਸ਼ਰਤਾਂ ਵਿੱਚ ਨਿਰਧਾਰਿਤ ਕੀਤਾ ਗਿਆ ਹੈ। ਉਹ ਵਚਨ ਦਿੰਦੇ ਹਨ ਕਿ ਕੋਈ ਵੀ ਦਸਤਾਵੇਜ਼ CTO ਵਿੱਚ CTD ਦੁਆਰਾ ਕਵਰ ਕੀਤੇ ਮਾਲ ਦੀ ਢੋਆ ਢੁਆਈ ਦਾ ਸਬੂਤ ਦੇ ਸਕਦਾ ਹੈ। ਕਿਸੇ ਵੀ ਟਰਾਂਸਪੋਰਟ ਕੈਰੀਅਰ ਨਾਲ ਉਸ ਦੁਆਰਾ ਕਿਸੇ ਵੀ ਵਿਅਕਤੀ ਦੇ ਹੱਕ ਵਿੱਚ ਸੌਦੇਬਾਜ਼ੀ ਜਾਂ ਨਿਰਧਾਰਤ ਨਹੀਂ ਕੀਤਾ ਜਾਵੇਗਾ, ਸਿਵਾਏ ਇਸ ਹੱਦ ਤੱਕ ਕਿ ਇਹ ਆਵਾਜਾਈ ਦੀ ਸਹੂਲਤ ਲਈ ਜ਼ਰੂਰੀ ਹੋ ਸਕਦਾ ਹੈ ਜਾਂ ਮਾਲ ਦੀ ਡਿਲੀਵਰੀ ਲਈ। ਪਾਰਟੀਆਂ ਦੇ ਅਧਿਕਾਰ ਅਤੇ ਕਰਤੱਵ। ਖੇਪਕਰਤਾ ਨੂੰ CTO ਦੁਆਰਾ ਹਿਰਾਸਤ ਵਿੱਚ ਮਾਲ ਪ੍ਰਾਪਤ ਕੀਤੇ ਜਾਣ ਦੇ ਸਮੇਂ CTO ਨੂੰ ਸ਼ੁੱਧਤਾ ਦੀ ਗਾਰੰਟੀ ਦੇਣੀ ਚਾਹੀਦੀ ਹੈ ਕਿ ਖੇਪਕਰਤਾ ਅਜਿਹੇ ਵੇਰਵਿਆਂ ਦੀ ਅਸ਼ੁੱਧੀਆਂ ਜਾਂ ਅਯੋਗਤਾ ਦੇ ਨਤੀਜੇ ਵਜੋਂ ਹੋਣ ਵਾਲੇ ਸਾਰੇ ਨੁਕਸਾਨਾਂ ਅਤੇ ਖਰਚਿਆਂ ਦੇ ਵਿਰੁੱਧ CTO ਨੂੰ ਮੁਆਵਜ਼ਾ ਦੇਣਗੇ। ਭੇਜਣ ਵਾਲੇ ਨੂੰ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਰਾਸ਼ਟਰੀ ਕਾਨੂੰਨ ਜਾਂ ਖਤਰਨਾਕ ਕਿਸਮ ਦੇ ਮਾਲ ਦੀ ਢੋਆ ਢੁਆਈ ਨਾਲ ਸੰਬੰਧਿਤ ਅੰਤਰਰਾਸ਼ਟਰੀ ਸੰਮੇਲਨਾਂ ਦੇ ਅਨੁਸਾਰ ਲਾਜ਼ਮੀ ਹਨ। ਉਹ ਕਿਸੇ ਵੀ ਸਥਿਤੀ ਵਿੱਚ CTO ਦੁਆਰਾ ਹਿਰਾਸਤ ਵਿੱਚ ਲਏ ਗਏ ਖਤਰਨਾਕ ਮਾਲ ਦੀ ਸਹੀ ਪ੍ਰਕਿਰਤੀ ਬਾਰੇ CTO ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰੇਗਾ। ਉਸਨੂੰ ਉਹਨਾਂ ਸਾਵਧਾਨੀਆਂ ਦਾ ਵੀ ਜ਼ਿਕਰ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਲੋੜ ਹੈ। ਜੇਕਰ ਮਾਲ ਭੇਜਣ ਵਾਲਾ ਮਾਲ ਦੀ ਪ੍ਰਕਿਰਤੀ ਬਾਰੇ CTO ਨੂੰ ਸੂਚਿਤ ਕਰਨ ਵਿੱਚ ਅਸਫਲ ਰਹਿੰਦਾ ਹੈ ਅਤੇ ਮਾਲ ਜਾਨ ਦਾ ਸੰਪਤੀ ਲਈ ਖਤਰਨਾਕ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਕਿਸੇ ਵੀ ਥਾਂ ਤੇ ਉਤਾਰਿਆ ਜਾ ਸਕਦਾ ਹੈ, ਲੋੜ ਪੈਣ ਤੇ ਨਸ਼ਟ ਕੀਤਾ ਜਾ ਸਕਦਾ ਹੈ ਜਾਂ ਨੁਕਸਾਨ ਰਹਿਤ ਕੀਤਾ ਜਾ ਸਕਦਾ ਹੈ। ਇਹ ਕੰਸਾਈਨਰ ਲਈ ਬਿਨਾਂ ਕਿਸੇ ਮੁਆਵਜ਼ੇ ਦੇ ਕੀਤਾ ਜਾ ਸਕਦਾ ਹੈ। ਜੇਕਰ CTD ਗੱਲਬਾਤਯੋਗ ਰੂਪ ਵਿੱਚ ਜਾਰੀ ਕੀਤੀ ਜਾਂਦੀ ਹੈ ਤਾਂ ਇਸਦੇ ਉਲਟ ਸਵੀਕਾਰ ਨਹੀਂ ਕੀਤਾ ਜਾਵੇਗਾ। CTO ਇਸ CTD ਵਿੱਚ ਦੱਸੇ ਅਨੁਸਾਰ ਮਾਲ ਦੀ ਡਿਲੀਵਰੀ ਕਰਨ ਲਈ ਪਹਿਲੀ ਨਜ਼ਰੇ ਜਵਾਬਦੇਹ ਹੋਵੇਗਾ ਜਦੋਂ ਤੱਕ ਮਾਲ ਦੇ ਨੁਕਸਾਨ ਜਾਂ ਦੇਰੀ ਦੀ ਸੂਚਨਾ ਪ੍ਰਦਾਨ ਨਹੀਂ ਕੀਤੀ ਜਾਂਦੀ। ਟਰਾਂਸਪੋਰਟ ਦੇ ਪੜਾਅ ਦਾ ਪਤਾ ਨਾ ਹੋਣਾ ਤੇ ਨੁਕਸਾਨ ਜਾਂ ਦੇਰੀ ਲਈ ਜ਼ਿੰਮੇਵਾਰੀ। CTO ਆਵਾਜਾਈ ਦੇ ਕਿਸੇ ਵੀ ਪੜਾਅ ਵਿੱਚ ਮੁਆਵਜ਼ੇ ਦੀ ਭੁਗਤਾਨ ਕਰਨ ਲਈ ਜਵਾਬਦੇਹ ਹੁੰਦਾ ਹੈ ਜਦੋਂ ਮਾਲ ਦੇ ਨੁਕਸਾਨ ਜਾਂ ਨੁਕਸਾਨ ਦਾ ਪਤਾ ਨਹੀਂ ਹੁੰਦਾ। ਇਹ ਨੁਕਸਾਨ ਅਤੇ ਦੇਰੀ ਕਿਸੇ ਵੀ ਅੰਤਰਰਾਸ਼ਟਰੀ ਸੰਮੇਲਨ ਜਾਂ ਰਾਸ਼ਟਰੀ ਕਾਨੂੰਨ ਜਿਸ ਨੂੰ ਲਾਗੂ ਕੀਤਾ ਜਾਣਾ ਹੈ ਵਿੱਚ ਇਸ ਸੰਬੰਧ ਵਿੱਚ ਦਰਸਾਈ ਮੁਦਰਾ ਸੀਮਾ ਤੋਂ ਵੱਧ ਨਹੀਂ ਹੋਵੇਗਾ। ਕਿਸੇ ਵੀ ਸਥਿਤੀ ਵਿੱਚ CTO ਨੂੰ ਦਾਅਵਾ ਕਰਨ ਦੇ ਹੱਕਦਾਰ ਵਿਅਕਤੀ ਨੂੰ ਹੋਏ ਅਸਲ ਨੁਕਸਾਨ ਤੋਂ ਵੱਧ ਰਕਮ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਜਦੋਂ ਮਾਲ ਦੇ ਨੁਕਸਾਨ ਜਾਂ ਨੁਕਸਾਨ ਦੇ ਸੰਬੰਧ ਵਿੱਚ ਟਰਾਂਸਪੋਰਟ ਦੇ ਪੜਾਅ ਦਾ ਪਤਾ ਨਹੀਂ ਹੁੰਦਾ, CTO ਅਜਿਹੇ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਜਵਾਬਦੇਹ ਨਹੀਂ ਹੋਵੇਗਾ ਜੇਕਰ ਇਹ ਇਹਨਾਂ ਕਾਰਨਾਂ ਕਰਕੇ ਹੋਇਆ ਸੀ। ਲਿਆਉਣ ਵਾਲੇ ਜਾਂ ਭੇਜਣ ਵਾਲੇ ਦਾ ਕੰਮ ਜਾਂ ਛੱਡਣਾ, ਪੈਕਿੰਗ ਜਾਂ ਦਿਖਾਈ ਦੇਣ ਵਾਲੇ ਚਿੰਨ੍ਹ ਦੀ ਨਾਕਾਫੀ ਜਾਂ ਨੁਕਸ ਵਾਲੀ ਸਥਿਤੀ, ਲਿਆਉਣ ਵਾਲੇ ਜਾਂ ਭੇਜਣ ਵਾਲੇ ਦੁਆਰਾ ਮਾਲ ਦੀ ਅਣਉਚਿਤ ਹੈਂਡਲਿੰਗ, ਲੋਡਿੰਗ, ਸਟੋਰੇਜ ਜਾਂ ਅਨਲੋਡਿੰਗ, ਵਸਤੂਆਂ ਦਾ ਅੰਦਰਲਾ ਵਿਕਾਰ, ਹੜਤਾਲ, ਤਾਲਾਬੰਦੀ, ਰੁਕਣਾ ਜਾਂ ਲੇਬਰ ਦੀ ਰੋਕਥਾਮ ਜਿਸ ਦਾ CTO ਵਾਜਬ ਲਗਨ ਦੇ ਅਭਿਆਸ ਦੁਆਰਾ ਬਚ ਨਹੀਂ ਸਕਦਾ ਸੀ। ਕੋਈ ਵੀ ਅਟਲ ਘਟਨਾ ਜਾਂ ਹਾਲਾਤ, ਪ੍ਰਮਾਣੂ ਸਥਾਪਨਾ ਦੇ ਆਪਰੇਟਰ ਦੀ ਕੋਈ ਵੀ ਪ੍ਰਮਾਣੂ ਘਟਨਾ। ਇਹ ਪ੍ਰਦਾਨ ਕਰਨ ਦਾ ਬੋਝ ਕਿ ਨੁਕਸਾਨ ਜਾਂ ਦੇਰੀ ਉਪਰੋਕਤ ਕਾਰਨਾਂ ਜਾਂ ਘਟਨਾਵਾਂ ਵਿੱਚੋਂ ਇੱਕ ਦਾ ਵੱਧ ਕਾਰਨ CTO ਤੇ ਨਿਰਭਰ ਕਰੇਗਾ। ਨੁਕਸਾਨ ਜਾਂ ਦੇਰੀ ਲਈ ਜ਼ਿੰਮੇਵਾਰੀ। CTO ਅੰਤਰਰਾਸ਼ਟਰੀ ਸੰਮੇਲਨ ਜਾਂ ਰਾਸ਼ਟਰੀ ਕਾਨੂੰਨ ਦੇ ਅਨੁਸਾਰ ਮਾਲ ਦੇ ਨੁਕਸਾਨ ਅਤੇ ਦੇਰੀ ਲਈ ਭੁਗਤਾਨ ਕਰਨ ਲਈ ਜਵਾਬਦੇਹ ਹੈ। ਦੇਰੀ ਲਈ ਜ਼ਿੰਮੇਵਾਰੀ। CTO ਦੇਰੀ ਲਈ ਸਿਰਫ ਤਾਂ ਹੀ ਜਵਾਬਦੇਹ ਹੈ ਜੇਕਰ ਇਹ ਜਾਣਿਆ ਜਾਂਦਾ ਹੈ ਜਾਂ ਅੰਤਰਰਾਸ਼ਟਰੀ ਸੰਮੇਲਨ ਜਾਂ ਰਾਸ਼ਟਰੀ ਕਾਨੂੰਨ ਦੇ ਪ੍ਰਬੰਧਾਂ ਦੇ ਅਨੁਸਾਰ ਨਿੱਜੀ ਇਕਰਾਰਨਾਮੇ ਦੁਆਰਾ ਦਾਅਵੇਦਾਰ ਦੇ ਨਿਰਣਾਇਕ ਨੂੰ ਨਹੀਂ ਛੱਡਿਆ ਜਾ ਸਕਦਾ। ਅਰਜ਼ੀ ਦਿੱਤੀ ਹੋਵੇਗੀ ਜੇਕਰ ਦਾਅਵੇਦਾਰ ਨੇ ਆਵਾਜਾਈ ਦੇ ਉਸ ਪੜਾਅ ਲਈ
ਆਪਰੇਟਰ ਵਜੋਂ ਸੀਟੀਓ ਨਾਲ ਸਿੱਧਾ ਅਤੇ ਵੱਖਰਾ ਇਕਰਾਰਨਾਮਾ ਕੀਤਾ ਹੁੰਦਾ ਅਤੇ ਕਿਸੇ ਖਾਸ ਦਸਤਾਵੇਜ਼ ਲਈ ਸਬੂਤ ਵਜੋਂ ਪ੍ਰਾਪਤ ਕੀਤਾ ਹੁੰਦਾ ਜੋ ਅਜਿਹੇ ਅੰਤਰਰਾਸ਼ਟਰੀ ਸੰਮੇਲਨ ਜਾਂ ਰਾਸ਼ਟਰੀ ਕਾਨੂੰਨ ਨੂੰ ਲਾਗੂ ਕਰਨ ਲਈ ਜਾਰੀ ਕੀਤਾ ਜਾਣਾ ਚਾਹੀਦਾ ਹੈ। ਡਿਲੀਵਰੀ ਨੂੰ ਪ੍ਰਭਾਵਿਤ ਕਰਨ ਵਿੱਚ ਅਸਫਲਤਾ। ਡਿਲੀਵਰੀ 120 ਦਿਨਾਂ ਵਿੱਚ ਹੋਣੀ ਚਾਹੀਦੀ ਹੈ। ਜੇਕਰ ਇਸ ਸਮਾਂ ਸੀਮਾ ਵਿੱਚ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਜਾਇਜ਼ ਨਹੀਂ ਹੋਵੇਗਾ। ਸੰਯੁਕਤ ਟਰਾਂਸਪੋਰਟ ਆਪਰੇਸ਼ਨ ਦੇ ਮਿਹਨਤੀ ਸੁਮੇਲ ਦੀ ਆਗਿਆ ਦੇਣ ਲਈ ਇਸ ਦੇ ਉਲਟ ਸਬੂਤ ਦੀ ਅਣਹੋਂਦ ਵਿੱਚ ਡਿਲੀਵਰੀ ਪ੍ਰਾਪਤ ਕਰਨ ਦੀ ਹੱਕਦਾਰ ਧਿਰ ਨੂੰ ਮਾਲ ਨੂੰ ਗੁਆਚਿਆ ਮੰਨਣ ਦਾ ਅਧਿਕਾਰ ਦੇਵੇਗਾ। ਸਮਾਂ ਪੱਟੀ। ਸੀਟੀਓ ਨੂੰ ਇਹਨਾਂ ਸ਼ਰਤਾਂ ਅਧੀਨ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਜਾਵੇਗਾ ਜਦੋਂ ਤੱਕ ਕਿ 9 ਮਹੀਨਿਆਂ ਦੇ ਅੰਦਰ ਮੁਕੱਦਮਾ ਨਹੀਂ ਲਿਆਂਦਾ ਜਾਂਦਾ। ਮਾਲ ਦੀ ਸਪੁਰਦੀ। ਉਹ ਮਿਤੀ ਜਦੋਂ ਮਾਲ ਡਿਲੀਵਰ ਕੀਤਾ ਜਾਣਾ ਚਾਹੀਦਾ ਸੀ ਜਾਂ ਉਹ ਮਿਤੀ ਜਦੋਂ ਸ਼ਰਤ 9 ਦੇ ਅਨੁਸਾਰ ਮਾਲ ਦੀ ਡਿਲੀਵਰੀ ਕਰਨ ਵਿੱਚ ਅਸਫਲਤਾ ਇਸ ਦੇ ਉਲਟ ਸਬੂਤ ਦੀ ਅਣਹੋਂਦ ਵਿੱਚ ਡਿਲੀਵਰੀ ਪ੍ਰਾਪਤ ਕਰਨ ਦੀ ਹੱਕਦਾਰ ਧਿਰ ਨੂੰ ਮਾਲ ਨੂੰ ਗੁਆਚਿਆ ਮੰਨਣ ਦਾ ਅਧਿਕਾਰ ਦੇਵੇਗੀ। ਲੀਨ। ਸੀਟੀਓ ਕੋਲ ਸੀਟੀਡੀ ਦੇ ਅਧੀਨ ਸੀਟੀਓ ਨੂੰ ਭੁਗਤਾਨਯੋਗ ਸਾਰੀ ਰਕਮ ਲਈ ਮਾਲ ਅਤੇ ਇਸ ਨਾਲ ਸੰਬੰਧਿਤ ਕੋਈ ਵੀ ਦਸਤਾਵੇਜ਼ਾਂ ਦੇ ਅਧਿਕਾਰ ਹੋਵੇਗਾ। ਇਸ ਵਿੱਚ ਸਾਰੇ ਜ਼ਮੀਨ ਆਧਾਰਿਤ ਖਰਚੇ ਅਤੇ ਉਹਨਾਂ ਦੀ ਵਸੂਲੀ ਦੀ ਲਾਗਤ ਸ਼ਾਮਲ ਹੈ ਅਤੇ ਇਸ ਨੂੰ ਕਿਸੇ ਵੀ ਵਾਜਬ ਤਰੀਕੇ ਨਾਲ ਲਾਗੂ ਕਰ ਸਕਦਾ ਹੈ ਜਿਸ ਨੂੰ ਉਹ ਠੀਕ ਸਮਝਦਾ ਹੈ। ਆਮ ਔਸਤ। ਵਪਾਰੀ ਇੱਕ ਆਮ ਔਸਤ ਦੇ ਕਿਸੇ ਵੀ ਦਾਅਵਿਆਂ ਦੇ ਸੰਬੰਧ ਵਿੱਚ ਸੀਟੀਓ ਨੂੰ ਮੁਆਵਜ਼ਾ ਦੇਵੇਗਾ। ਜਨਰਲ ਔਸਤ ਨੂੰ 1974 ਦੇ ਯੋਰਕ ਐਂਟਵਰਪ ਨਿਯਮਾਂ ਅਨੁਸਾਰ ਐਡਜਸਟ ਕੀਤਾ ਜਾਵੇਗਾ ਅਤੇ ਭੁਗਤਾਨਯੋਗ ਹੋਵੇਗਾ ਜਿਵੇਂ ਕਿ 1990 ਵਿੱਚ ਸੋਧਿਆ ਗਿਆ ਸੀ। ਜੇਕਰ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਦੁਰਘਟਨਾ, ਨੁਕਸਾਨ ਜਾਂ ਆਫਤ ਵਾਪਰਦੀ ਹੈ ਤਾਂ ਸੀਟੀਓ ਕਾਨੂੰਨ ਦੁਆਰਾ ਜ਼ਿੰਮੇਵਾਰ ਨਹੀਂ ਹੈ। ਮਾਲ ਅਤੇ ਵਪਾਰੀ ਸਾਂਝੇ ਤੌਰ ਤੇ ਅਤੇ ਵੱਖਰੇ ਤੌਰ ਤੇ ਵੀ ਸੀਟੀਓ ਦੇ ਨਾਲ ਆਮ ਔਸਤ ਵਿੱਚ ਕਿਸੇ ਵੀ ਕੁਰਬਾਨੀ, ਖਰਚੇ, ਨੁਕਸਾਨ ਜਾਂ ਭੁਗਤਾਨ ਲਈ ਯੋਗਦਾਨ ਪਾਉਣਗੇ। ਵਪਾਰੀ ਦੇ ਕਾਰਨ ਆਮ ਔਸਤ ਯੋਗਦਾਨ ਲਈ ਸੀਟੀਓ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਜੇ ਸੀਟੀਓ ਨੇ ਕੰਟੇਨਰਾਂ ਦੇ ਸਟੋਰੇਜ ਵਿੱਚ ਢੁਕਵੀਂ ਮਿਹਨਤ ਵਰਤੀ ਹੈ ਅਤੇ ਜੇਕਰ ਸਮੁੰਦਰੀ ਸਫ਼ਰ ਦੀ ਕਾਰਵਾਈ ਇਸ ਤੋਂ ਬਾਅਦ ਖਤਰੇ ਵਿੱਚ ਹੈ ਤਾਂ ਸਟੋਰੇਜ ਵਿੱਚ ਗੜਬੜੀ ਦੇ ਨਤੀਜੇ ਵਜੋਂ ਸੰਭਾਲਣ, ਡਿਸਚਾਰਜ, ਰੀਲੋਡਿੰਗ ਅਤੇ ਰੀਸਟੋਰਿੰਗ ਦੀ ਲਾਗਤ ਕੰਟੇਨਰ ਨੂੰ ਔਸਤ ਵਿੱਚ ਇਜਾਜ਼ਤ ਦਿੱਤੀ ਜਾਵੇਗੀ। ਨਵਾਂ ਜੇਸਨ ਕਲਾਜ਼। ਜੇਕਰ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਦੁਰਘਟਨਾ, ਨੁਕਸਾਨ ਜਾਂ ਆਫਤ ਹੁੰਦੀ ਹੈ ਤਾਂ ਸੀਟੀਓ ਕਾਨੂੰਨ ਦੁਆਰਾ ਜ਼ਿੰਮੇਵਾਰ ਨਹੀਂ ਹੈ। ਮਾਲ ਅਤੇ ਵਪਾਰੀ ਸਾਂਝੇ ਤੌਰ ਤੇ ਅਤੇ ਵੱਖਰੇ ਤੌਰ ਤੇ ਕਿਸੇ ਵੀ ਕੁਰਬਾਨੀ, ਨੁਕਸਾਨ ਜਾਂ ਖਰਚਿਆਂ ਦੇ ਭੁਗਤਾਨ ਲਈ ਆਮ ਔਸਤ ਵਿੱਚ ਸੀਟੀਓ ਦੇ ਨਾਲ ਯੋਗਦਾਨ ਪਾਉਣਗੇ। ਜੇਕਰ ਸੀਟੀਓ ਸੇਵਿੰਗ ਵਾਹਨ ਦਾ ਮਾਲਕ ਹੈ ਅਤੇ ਇਸ ਨੂੰ ਚਲਾਉਂਦਾ ਹੈ ਤਾਂ ਇਸ ਦਾ ਵੀ ਪੂਰਾ ਭੁਗਤਾਨ ਉਸੇ ਤਰੀਕੇ ਨਾਲ ਕੀਤਾ ਜਾਵੇਗਾ ਜਿਵੇਂ ਕਿ ਬਚਣ ਵਾਲਾ ਜਹਾਜ਼ ਕਿਸੇ ਅਜਨਬੀ ਦਾ ਹੈ। ਅਧਿਕਾਰ ਖੇਤਰ। ਇਸ ਸੀਟੀਡੀ ਦੁਆਰਾ ਦਰਜ ਕੀਤੇ ਗਏ ਸੰਯੁਕਤ ਟਰਾਂਸਪੋਰਟ ਇਕਰਾਰਨਾਮੇ ਨਾਲ ਸੰਬੰਧਿਤ ਦਾਅਵਾ ਜਾਂ ਵਿਵਾਦ ਮੁੱਦਈ ਦੀ ਚੋਣ ਤੇ ਅਦਾਲਤ ਵਿੱਚ ਸਥਾਪਿਤ ਕੀਤਾ ਜਾਵੇਗਾ ਜੋ ਕਿ ਰਾਜ ਦੇ ਕਾਨੂੰਨਾਂ ਦੇ ਅਨੁਸਾਰ ਜਿੱਥੇ ਅਦਾਲਤ ਸਥਿਤ ਹੈ ਦੇ ਅਧਿਕਾਰ ਖੇਤਰ ਵਿੱਚ ਸਮਰੱਥ ਹੈ ਜਿਸ ਵਿੱਚੋਂ ਇੱਕ ਸਥਿਤ ਹੈ। ਹੇਠ ਲਿਖੇ ਸਥਾਨ। ਕਾਰੋਬਾਰ ਦਾ ਮੁੱਖ ਸਥਾਨ ਜਾਂ ਇਸ ਦੀ ਗੈਰ ਹਾਜ਼ਰੀ ਵਿੱਚ। ਜਿਸ ਜਗ੍ਹਾ ਦੇ ਸੰਬੰਧਿਤ ਟਰਾਂਸਪੋਰਟ ਦਾ ਠੇਕਾ ਕੀਤਾ ਗਿਆ ਸੀ। ਸੰਯੁਕਤ ਟਰਾਂਸਪੋਰਟਰ ਲਈ ਮਾਲ ਲੈਣ ਦੀ ਥਾਂ ਜਾਂ ਡਿਲੀਵਰੀ ਦੀ ਥਾਂ। ਇਸ ਸੀਟੀਡੀ ਵਿੱਚ ਉਸ ਉਦੇਸ਼ ਲਈ ਮਨੋਨੀਤ ਕੋਈ ਹੋਰ ਥਾਂ। ਪੋਰਟ ਟੂ ਪੋਰਟ ਸ਼ਿਪਮੈਂਟ ਦੇ ਮਾਮਲੇ ਵਿੱਚ। ਲੀਡਿੰਗ ਦੇ ਇਸ ਬਿੱਲ ਨੂੰ ਸਵੀਕਾਰ ਕਰਨ ਵਿੱਚ ਵਪਾਰੀ ਅਤੇ ਮਾਲ ਭੇਜਣ ਵਾਲਾ ਇਸ ਵਿੱਚ ਮੋਹਰ ਲਗਾਈਆਂ ਜਾਂ ਛਾਪੀਆਂ ਗਈਆਂ ਸਾਰੀਆਂ ਸ਼ਰਤਾਂ, ਅਪਵਾਦਾਂ ਅਤੇ ਸ਼ਰਤਾਂ ਨਾਲ ਸਪਸ਼ਟ ਤੌਰ ਤੇ ਸਹਿਮਤ ਹੁੰਦੇ ਹਨ। ਉਹ ਸਵੀਕਾਰ ਕਰਦੇ ਹਨ ਕਿ ਲੀਡਿੰਗ ਦਾ ਇਹ ਬਿੱਲ ਭਾਰਤ ਦੇ ਕਾਨੂੰਨ ਦੁਆਰਾ ਨਿਯੰਤਰਿਤ ਕੀਤਾ ਜਾਵੇਗਾ ਅਤੇ ਇਸ ਅਧੀਨ ਪੈਦਾ ਹੋਣ ਵਾਲੇ ਕਿਸੇ ਵੀ ਵਿਵਾਦ ਨੂੰ ਬੰਬਈ ਹਾਈ ਕੋਰਟ ਦੁਆਰਾ ਕਿਸੇ ਹੋਰ ਦੇਸ਼ ਦੀ ਅਦਾਲਤ ਦੇ ਅਧਿਕਾਰ ਖੇਤਰ ਨੂੰ ਬਾਹਰ ਕਰਨ ਦੇ ਉਸ ਕਾਨੂੰਨ ਦੇ ਅਨੁਸਾਰ ਨਿਰਧਾਰਤ ਕੀਤਾ ਜਾਵੇਗਾ। ਸੀਟੀਓ ਦਾ ਟੈਰਿਫ। ਬੇਨਤੀ ਕਰਨ ਤੇ ਸੀਟੀਓ ਜਾਂ ਏਜੰਟਾਂ ਤੋਂ ਲਾਗੂ ਟੈਰਿਫ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਸੀਟੀਡੀ ਅਤੇ ਲਾਗੂ ਟੈਰਿਫ ਵਿਚਕਾਰ ਅਸੰਗਤਤਾ ਦੇ ਮਾਮਲੇ ਵਿੱਚ ਇਸ ਸੀਟੀਡੀ ਦੀਆਂ ਸ਼ਰਤਾਂ ਪ੍ਰਚਲਿਤ ਹਨ। ਵਾਰੰਟੀ। ਵਪਾਰੀ ਕੋਲ ਮਾਲ ਦੇ ਮਾਲਕ ਜਾਂ ਹੱਕਦਾਰ ਵਿਅਕਤੀ ਜਾਂ ਸੀਟੀਡੀ ਦਾ ਅਧਿਕਾਰ ਹੈ।
ਉਪ ਇਕਰਾਰਨਾਮਾ। ਇਹ ਸੀਟੀਓ ਕਿਸੇ ਵੀ ਸ਼ਰਤਾਂ ਤੇ ਮਾਲ ਦੇ ਸੰਬੰਧ ਵਿੱਚ ਸੀਟੀਓ ਦੁਆਰਾ ਚੁੱਕੇ ਗਏ ਸਾਰੇ ਕਰਤੱਵਾਂ ਦੀ ਪੂਰੀ ਕੈਰੇਜ, ਲੋਡਿੰਗ, ਅਨਲੋਡਿੰਗ, ਸਟੋਰ ਕਰਨ ਅਤੇ ਵੇਅਰਹਾਊਸਿੰਗ ਜਾਂ ਸਾਰੇ ਫਰਜ਼ਾਂ ਨੂੰ ਸੰਭਾਲਣ ਦਾ ਹੱਕਦਾਰ ਹੋਵੇਗਾ। ਵਪਾਰੀ ਇਹ ਵਚਨ ਦਿੰਦਾ ਹੈ ਕਿ ਸੀਟੀਓ ਦੇ ਕਿਸੇ ਵੀ ਨੌਕਰ, ਏਜੰਟ ਜਾਂ ਉਪ ਠੇਕੇਦਾਰਾਂ ਦੇ ਵਿਰੁੱਧ ਕੋਈ ਦਾਅਵਾ ਜਾਂ ਦੋਸ਼ ਨਹੀਂ ਲਗਾਇਆ ਜਾਵੇਗਾ ਜੇ ਉਹਨਾਂ ਵਿੱਚੋਂ ਕਿਸੇ ਤੇ ਜਾਂ ਉਹਨਾਂ ਵਿੱਚੋਂ ਕਿਸੇ ਦੀ ਮਲਕੀਅਤ ਵਾਲੇ ਕਿਸੇ ਜਹਾਜ਼ ਤੇ ਮਾਲ ਦੇ ਸੰਬੰਧ ਵਿੱਚ ਕੋਈ ਵੀ ਦੇਣਦਾਰੀ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਹਰੇਕ ਵਿਅਕਤੀ ਨੂੰ ਸੀਟੀਓ ਨੂੰ ਲਾਭ ਪਹੁੰਚਾਉਣ ਵਾਲੀਆਂ ਸਾਰੀਆਂ ਅਪਵਾਦਾਂ, ਸੀਮਾਵਾਂ, ਪ੍ਰਬੰਧਾਂ, ਸ਼ਰਤਾਂ ਅਤੇ ਸੁਤੰਤਰਤਾਵਾਂ ਦਾ ਲਾਭ ਹੋਵੇਗਾ, ਜਿਵੇਂ ਕਿ ਅਜਿਹੇ ਪ੍ਰਬੰਧ ਸਪਸ਼ਟ ਤੌਰ ਤੇ ਉਹਨਾਂ ਦੇ ਲਾਭਾਂ ਲਈ ਬਣਾਏ ਗਏ ਹਨ। ਉਹਨਾਂ ਦੀ ਧਾਰਾ ਵਿੱਚ ਉਪ ਠੇਕੇਦਾਰ ਸਮੀਕਰਨ ਵਿੱਚ ਸਿੱਧੇ ਅਤੇ ਅਸਿੱਧੇ ਠੇਕੇਦਾਰ ਅਤੇ ਉਹਨਾਂ ਦੇ ਸੰਬੰਧਿਤ ਨੌਕਰ ਅਤੇ ਏਜੰਟ ਸ਼ਾਮਲ ਹੋਣਗੇ। ਸੀਟੀਓ ਦੀਆਂ ਜ਼ਿੰਮੇਵਾਰੀਆਂ। ਅੰਤਰਰਾਸ਼ਟਰੀ ਕਨਵੈਨਸ਼ਨ ਵਿੱਚ ਸ਼ਾਮਲ ਹੇਗ ਵਿਬਸੀ ਨਿਯਮਾਂ ਦੇ ਅਨੁਸਾਰ ਜਹਾਜ਼ਾਂ ਤੋਂ ਲੋਡ ਜਾਂ ਅਨਲੋਡਿੰਗ ਕਰਦੇ ਸਮੇਂ ਮਾਲ ਦੇ ਨੁਕਸਾਨ ਜਾਂ ਦੇਰੀ ਲਈ ਸੀਟੀਓ ਦੀ ਜ਼ਿੰਮੇਵਾਰੀ ਹੈ। ਸੁਰੱਖਿਅਤ ਕਰੋ ਕਿ ਜੇਕਰ ਇਸ ਸੀਟੀਡੀ ਵਿੱਚ ਕੋਈ ਵੀ ਸ਼ਬਦ ਹੇਗ ਨਿਯਮਾਂ ਦਾ ਉਕਤ ਐਕਟ ਸੰਯੁਕਤ ਆਵਾਜਾਈ ਲਈ FEDAI ਨਿਯਮਾਂ ਦੇ ਨਾਲ ਅਸੰਗਤ ਜਾਂ ਉਲਟ ਹੈ, ਜਿਵੇਂ ਕਿ ਇਹ ਕੇਸ ਹੋਵੇ। ਸਮੁੰਦਰੀ ਯਾਤਰਾ ਜਾਂ ਘੇਰਾ। ਜਹਾਜ਼ ਕਿਸੇ ਵੀ ਸਮੇਂ ਜੋ ਵੀ ਖਿੱਚਿਆ ਜਾ ਸਕਦਾ ਹੈ, ਨੈਵੀਗੇਸ਼ਨਲ ਯੰਤਰਾਂ ਨੂੰ ਸਫ਼ਰ ਕਰ ਸਕਦਾ ਹੈ ਅਤੇ ਵਿਵਸਥਿਤ ਕਰ ਸਕਦਾ ਹੈ ਅਤੇ ਸੀਟੀਓ ਦੇ ਮਾਸਟਰ, ਅਫਸਰਾਂ, ਨੌਕਰਾਂ ਜਾਂ ਏਜੰਟਾਂ ਜਾਂ ਕਿਸੇ ਹੋਰ ਵਿਅਕਤੀ ਦੁਆਰਾ ਕਿਸੇ ਵੀ ਵਰਣਨ ਦੇ ਅਜ਼ਮਾਇਸ਼ ਦੌਰਿਆਂ ਵਿੱਚ ਸ਼ਾਮਲ ਹੋ ਸਕਦਾ ਹੈ। ਜੀਵਤ ਜਾਨਵਰ ਹੋ ਸਕਦੇ ਹਨ ਅਤੇ ਡੇਕ ਤੇ ਮਾਲ ਦਾ ਹਰ ਵੇਰਵਾ ਹੋ ਸਕਦੇ ਹਨ। ਇਸ ਤੋਂ ਇਲਾਵਾ ਉਹ ਕਿਸੇ ਵੀ ਹੱਦ ਤੱਕ ਵਿਸਫੋਟਕ, ਗੋਲਾ ਬਾਰੂਦ ਜਾਂ ਜੰਗੀ ਸਟੋਰ ਜਾਂ ਹਰ ਕਿਸਮ ਦਾ ਖਤਰਨਾਕ ਮਾਲ ਲੈ ਜਾ ਸਕਦੇ ਹਨ। ਜਹਾਜ਼ ਨਿਹੱਥੇ ਸਫ਼ਰ ਕਰ ਸਕਦਾ ਹੈ ਅਤੇ ਕਿਸੇ ਵੀ ਬੰਦਰਗਾਹ ਤੇ ਜਾ ਸਕਦਾ ਹੈ ਜਾਂ ਰੁਕ ਸਕਦਾ ਹੈ। ਉਹ ਸੁੱਕੇ ਵਿੱਚ ਵੀ ਸ਼ਾਮਲ ਹੋ ਸਕਦਾ ਹੈ। ਡੌਕਿੰਗ ਅਤੇ ਬੰਕਰਿੰਗ, ਭਾਵੇਂ ਕਿ ਸਮੁੰਦਰੀ ਜਹਾਜ਼ ਦੀ ਸ਼ੁਰੂਆਤ ਜਾਂ ਯਾਤਰਾ ਦੇ ਕਿਸੇ ਵੀ ਪੜਾਅ ਤੇ ਬੇਸਹਾਰਾ ਜਾਂ ਅਯੋਗਤਾ ਦੇ ਬਾਵਜੂਦ ਕਿਸੇ ਵੀ ਰੀਤੀ ਰਿਵਾਜ, ਨਿਯਮਾਂ ਜਾਂ ਕਾਨੂੰਨਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਕਿਸੇ ਵੀ ਸਥਿਤੀ ਵਿੱਚ ਜਿਵੇਂ ਕਿ ਫੜਨਾ, ਜ਼ਬਤ ਕਰਨਾ, ਨਜ਼ਰਬੰਦੀ, ਕੁਆਰੰਟੀਨ, ਨੁਕਸਾਨ, ਜਹਾਜ਼ ਨੂੰ ਦੇਰੀ ਜਾਂ ਨੁਕਸਾਨ, ਜਹਾਜ਼, ਯਾਤਰੀ ਜਾਂ ਮਾਲ ਦੇ ਕਿਸੇ ਹਿੱਸੇ ਦਾ ਨੁਕਸਾਨ, ਰੋਕਣ ਤੇ ਅਸੁਰੱਖਿਅਤ, ਬੇਵਕੂਫੀ ਜਾਂ ਗੈਰ ਕਾਨੂੰਨੀ ਕਾਰਨ ਨੂੰ ਸਮਝਣਾ, ਅੱਗੇ ਵਧੋ ਜਾਂ ਯਾਤਰਾ ਜਾਰੀ ਰੱਖੋ। ਸੀਟੀਓ ਜਾਂ ਮਾਸਟਰੀਜ਼ ਦੇ ਵਾਜਬ ਫੈਸਲੇ ਦੇ ਅੰਦਰ ਕੋਈ ਵੀ ਪੂਰਵ ਸੂਚਨਾ ਦਿੱਤੇ ਬਿਨਾਂ ਮਾਲ ਨੂੰ ਸਟੋਰੇਜ ਜਾਂ ਕਰਾਫਟ ਵਿੱਚ ਡਿਸਚਾਰਜ ਕਰੋ ਜਾਂ ਮਾਸਟਰ ਮਾਲ ਨੂੰ ਵਾਪਸੀ ਦੀ ਯਾਤਰਾ ਤੱਕ ਜਾਂ ਅਜਿਹੇ ਸਮੇਂ ਤੱਕ ਬੋਰਡ ਵਿੱਚ ਰੱਖ ਸਕਦਾ ਹੈ ਜਦੋਂ ਤੱਕ ਬਿਨਾਂ ਭਾੜੇ ਦੇ ਸੀਟੀਓ ਨੂੰ ਜਾਰੀ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਜੰਗ, ਘਰੇਲੂ ਯੁੱਧ, ਕਿਸੇ ਵਪਾਰਕ ਜਾਂ ਅੰਤਰ ਸੰਬੰਧੀ ਦੇਸ਼ ਦੀ ਸਰਕਾਰ ਦੁਆਰਾ ਪਾਬੰਦੀ ਜਾਂ ਨਿਯੰਤਰਣ ਦੇ ਮਾਮਲੇ ਵਿੱਚ ਜਾਂ ਜਿਸ ਲਈ ਵਾਹਨ ਆਮ ਤੌਰ ਤੇ ਅੱਗੇ ਵੱਧਦਾ ਹੈ ਜਾਂ ਕਾਲ ਕਰਦਾ ਹੈ, ਜੇਕਰ ਸੀਟੀਓ, ਮਾਸਟਰ ਤੇ ਉਹਨਾਂ ਦੇ ਏਜੰਟ ਨੁਕਸਾਨ ਜਾਂ ਦੇਰੀ ਦੇ ਅਧੀਨ ਹੋਣਗੇ। ਇਸ ਕਾਰਨ ਸਮੁੰਦਰੀ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਪ੍ਰਸਤਾਵਿਤ ਜਾਂ ਰਿਵਾਜੀ ਰੂਟ ਤੋਂ ਵੱਖ ਹੋ ਸਕਦਾ ਹੈ ਜਾਂ ਕਿਸੇ ਵੀ ਬੰਦਰਗਾਹ ਸਥਾਨ ਤੇ ਜਹਾਜ਼ ਨੂੰ ਦੇਰੀ ਜਾਂ ਰੋਕ ਸਕਦਾ ਹੈ, ਬਿਨਾਂ ਕਿਸੇ ਨੁਕਸਾਨ ਲਈ ਜਵਾਬਦੇਹ ਹੋਏ ਜਿਸਦਾ ਉਹ ਮੁੱਖ ਤੌਰ ਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਬਰਕਰਾਰ ਰੱਖਦੇ ਹਨ। ਜਹਾਜ਼ ਨੂੰ ਕਿਸੇ ਵੀ ਸਰਕਾਰ, ਅਸਲ ਸਰਕਾਰ ਜਾਂ ਸਥਾਨਕ ਅਥਾਰਟੀ ਜਾਂ ਜੁਝਾਰੂ ਜਾਂ ਕਿਸੇ ਰਾਜ ਜਾਂ ਘਰੇਲੂ ਯੁੱਧ ਜਾਂ ਯੁੱਧ ਵਰਗੀਆਂ ਕਾਰਵਾਈਆਂ ਵਿੱਚ ਸ਼ਾਮਲ ਸੰਗਠਿਤ ਸੰਸਥਾ ਜਾਂ ਕੋਈ ਵੀ ਵਿਅਕਤੀ ਜੋ ਕੰਮ ਕਰ ਰਿਹਾ ਹੈ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨੀ ਪੈਂਦੀ ਹੈ। ਕਿਸੇ ਵੀ ਸਰਕਾਰ ਜਾਂ ਵਿਭਾਗ ਦੀ ਅਥਾਰਟੀ ਜਾਂ ਕਿਸੇ ਵੀ ਵਣਜ ਜਾਂ ਜਹਾਜ਼ ਦੇ ਜੰਗੀ ਜੋਖਮ ਬੀਮਾ ਵਾਲੇ ਵਿਅਕਤੀ ਦੁਆਰਾ। ਜਹਾਜ਼ ਨੂੰ ਇੱਥੇ ਪ੍ਰਗਟਾਈ ਜਾਂ ਨਿਸ਼ਚਿਤ ਕਿਸੇ ਵੀ ਸੁਤੰਤਰਤਾ ਤੋਂ ਇਲਾਵਾ ਕਿਸੇ ਵੀ ਆਦੇਸ਼ ਜਾਂ ਨਿਰਦੇਸ਼ ਦੀ ਪਾਲਣਾ ਕਰਨ ਦੀ ਆਜ਼ਾਦੀ ਹੋਵੇਗੀ, ਜਿਵੇਂ ਕਿ ਰਵਾਨਗੀ, ਆਗਮਨ, ਰੂਟ, ਸਫ਼ਰ,
ਬੰਦਰਗਾਹ ਦੇਰੀ ਕਿਸੇ ਵੀ ਸਰਕਾਰ ਜਾਂ ਕਿਸੇ ਵਿਭਾਗ ਦੁਆਰਾ ਦਿੱਤੀ ਗਈ ਨਜ਼ਰਬੰਦੀ ਜਾਂ ਅਸੰਗਤਤਾ ਇਸ ਧਾਰਾ ਵਿੱਚ ਦੱਸੇ ਗਏ ਕਿਸੇ ਵੀ ਆਦੇਸ਼ ਜਾਂ ਨਿਰਦੇਸ਼ ਜਾਂ ਸੀਟੀਓ ਦੁਆਰਾ ਅਭਿਆਸ ਦਾ ਕੋਈ ਅਜਿਹਾ ਕਾਰਨ ਇਸ ਸੀਟੀਡੀ ਦੇ ਅਧੀਨ ਮਾਲ ਦੀ ਵਿਕਾਇਆ ਡਿਲੀਵਰੀ ਦਾ ਗਠਨ ਕਰੇਗਾ ਅਤੇ ਵਪਾਰੀ ਸਾਰੇ ਖਰਚੇ ਅਤੇ ਖਰਚਿਆਂ ਦਾ ਭੁਗਤਾਨ ਕਰੇਗਾ ਅਤੇ ਜੇਕਰ ਪੂਰਾ ਭਾੜਾ ਪ੍ਰੀਪੇਡ ਨਹੀਂ ਹੈ ਤਾਂ ਇਹ ਹੁਣ ਵਪਾਰੀ ਦੁਆਰਾ ਭੁਗਤਾਨ ਕੀਤਾ ਜਾਵੇਗਾ। ਜੇਕਰ ਇਹ ਪ੍ਰੀਪੇਡ ਹੈ ਤਾਂ ਸੀਟੀਓ ਇਸ ਨੂੰ ਬਰਕਰਾਰ ਰੱਖਣ ਦਾ ਹੱਕਦਾਰ ਹੋਵੇਗਾ। ਸਥਾਨਕ ਕਾਨੂੰਨਾਂ ਨਾਲ ਵਪਾਰੀ ਦੀ ਪਾਲਣਾ। ਵਪਾਰੀ ਸੀਟੀਓ ਨੂੰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਜ਼ਬਤੀ ਕਰਨ ਜਾਂ ਜ਼ਬਤ ਕਰਨ ਦੀ ਕੋਸ਼ਿਸ਼, ਸਮੱਗਰੀ ਦੇ ਪੈਕੇਜਾਂ ਦੇ ਵੇਰਵੇ, ਕੌਂਸਲਰ, ਵਪਾਰੀ ਦੀ ਪ੍ਰਕਿਰਿਆ ਵਿੱਚ ਅਸਫਲਤਾ, ਸਿਹਤ ਬੋਰਡ ਜਾਂ ਖਾਤੇ ਵਿੱਚ ਹੋਰ ਸਰਟੀਫਿਕੇਟ ਲਈ ਨਾਕਾਫੀ ਜਾਂ ਗਲਤ ਮਾਰਕੀਟ ਨੰਬਰਿੰਗ ਜਾਂ ਐਡਰੈਸਿੰਗ ਲਈ ਸੀਟੀਓ ਨੂੰ ਭੁਗਤਾਨ ਕਰਨ ਲਈ ਜਵਾਬਦੇਹ ਹੈ। ਮਾਲ ਜਾਂ ਕਿਸੇ ਵੀ ਬੰਦਰਗਾਹ ਜਾਂ ਸਥਾਨ ਤੇ ਅਧਿਕਾਰੀਆਂ ਦੁਆਰਾ ਮਾਲ ਦੇ ਸੰਬੰਧ ਵਿੱਚ ਲਗਾਏ ਗਏ ਕਿਸੇ ਵੀ ਕਿਸਮ ਦੇ ਕਾਨੂੰਨ ਜਾਂ ਨਿਯਮਾਂ ਦੀ ਪਾਲਣਾ ਕਰਨਾ। ਸ਼ਿਪਰ ਪੈਕਡ ਕੰਟੇਨਰ। ਜੇਕਰ ਕੰਟੇਨਰ ਸੀਟੀਓ ਦੀ ਤਰਫੋਂ ਭਰਿਆ ਗਿਆ ਹੈ ਤਾਂ ਸੀਟੀਓ ਦੁਆਰਾ ਮਾਲ ਦੇ ਨੁਕਸਾਨ ਜਾਂ ਦੇਰੀ ਲਈ ਜ਼ਿੰਮੇਵਾਰ ਨਹੀਂ ਹੋਵੇਗਾ। ਜਿਸ ਤਰੀਕੇ ਨਾਲ ਕੰਟੇਨਰ ਨੂੰ ਭਰਿਆ, ਸਟੋਰ ਕੀਤਾ, ਪੇਸ਼ ਕੀਤਾ, ਭਰਿਆ ਜਾਂ ਲੋਡ ਕੀਤਾ ਗਿਆ। ਕੰਟੇਨਰਾਂ ਵਿੱਚ ਢੋਆ ਢੁਆਈ ਲਈ ਮਾਲ ਦੀ ਅਣਉਚਿਤਤਾ। ਪ੍ਰਦਾਨ ਕੀਤੇ ਗਏ ਕੰਟੇਨਰ ਦੀ ਅਢੁਕਵੀਂ ਜਾਂ ਨੁਕਸਾਨ ਵਾਲੀ ਸਥਿਤੀ ਵਿੱਚ ਦਰਸਾਉਂਦੀ ਹੈ ਕਿ ਕੰਟੇਨਰ ਸੀਟੀਓ ਦੁਆਰਾ ਜਾਂ ਉਸ ਦੀ ਤਰਫੋਂ ਕਿੱਥੇ ਗਿਆ ਹੈ। ਵਪਾਰੀ ਸੀਟੀਓ ਨੂੰ ਉਸ ਕਾਰਨ ਲਈ ਜਵਾਬਦੇਹ ਨਹੀਂ ਬਣਾਏਗਾ ਜੋ ਉਪਧਾਰਾ ਵਿੱਚ ਵਰਣਿਤ ਹੈ। ਭਾੜਾ ਆਦਿ ਕਮਾਇਆ। ਭਾੜੇ ਦਾ ਭੁਗਤਾਨ ਅਸਲ ਕੁੱਲ ਦਾਖਲੇ ਦੇ ਭਾਰ ਜਾਂ ਮਾਪ ਤੇ ਜਾਂ ਸੀਟੀਓ ਦੇ ਵਿਕਲਪ ਤੇ ਹੋਣਾ ਚਾਹੀਦਾ ਹੈ। ਸੀਟੀਓ ਕੋਲ ਕਿਸੇ ਵੀ ਕੰਟੇਨਰ ਜਾਂ ਪੈਕੇਜ ਨੂੰ ਖੋਲ੍ਹਣ ਅਤੇ ਜਾਂਚ ਕਰਨ ਦੇ ਅਧਿਕਾਰ ਹਨ ਕਿ ਕੀ ਇਸ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ। ਸੀਟੀਓ ਸੁਧਾਰ ਅਨੁਸਾਰ ਵਾਧੂ ਭਾੜਾ ਲੈ ਸਕਦਾ ਹੈ ਜੇਕਰ ਕੋਈ ਹੈ। ਭਾੜੇ ਵਿੱਚ ਤਬਦੀਲੀ, ਸੀਟੀਓ ਇਸ ਨੂੰ ਸ਼ਿਪਰ ਤੋਂ ਇਕੱਠਾ ਕਰੇਗਾ। ਜੇਕਰ ਸ਼ਿਪਰ ਸਮੇਂ ਸਿਰ ਇਸ ਦਾ ਭੁਗਤਾਨ ਨਹੀਂ ਕਰ ਸਕਦਾ ਹੈ ਤਾਂ ਆਮ ਔਸਤ ਦੇ ਇਸ ਇਕਰਾਰਨਾਮੇ ਦੇ ਤਹਿਤ ਸੀਟੀਓ ਮਾਲ ਵੇਚ ਸਕਦਾ ਹੈ ਅਤੇ ਵਪਾਰੀ ਨੂੰ ਨੋਟਿਸ ਦਿੱਤੇ ਬਿਨਾਂ ਉਸ ਤੋਂ ਹੋਏ ਨੁਕਸਾਨ ਨੂੰ ਪੂਰਾ ਕਰ ਸਕਦਾ ਹੈ। ਟਰਾਂਸਪੋਰਟ ਦਾ ਅਧਿਕਾਰ। ਸੀਟੀਓ ਨੂੰ ਸਮੁੰਦਰੀ ਜਹਾਜ਼ ਦੁਆਰਾ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿੱਚ ਮਾਲ ਲਿਜਾਣ ਦੀ ਆਜ਼ਾਦੀ ਹੋਵੇਗੀ। ਜੇ ਜਹਾਜ਼ ਦੇ ਡਿਸਚਾਰਜ ਹੋਣ ਦੀ ਉਮੀਦ ਨਹੀਂ ਹੈ ਤਾਂ ਸੀਟੀਓ ਜਾਂ ਮਾਸਟਰ ਮਾਲ ਦੇ ਪੂਰੇ ਜਾਂ ਕਿਸੇ ਵੀ ਹਿੱਸੇ ਨੂੰ ਲੋਡ ਕਰਨ ਤੋਂ ਪਹਿਲਾਂ ਜਾਂ ਲੋਡ ਕਰਨ ਤੋਂ ਬਾਅਦ ਅੱਗੇ ਭੇਜ ਸਕਦਾ ਹੈ ਅਤੇ ਇਸ ਨੂੰ ਕੋਈ ਹੋਰ ਤਰੀਕੇ ਨਾਲ ਟ੍ਰਾਂਸਫਰ ਕਰ ਸਕਦਾ ਹੈ। ਕੰਟੇਨਰਾਂ ਵਿੱਚ ਮਾਲ ਦੀ ਸਪੁਰਦੀ। ਸੀਟੀਓ ਕੋਲ ਕੰਟੇਨਰ ਨੂੰ ਖੋਲ੍ਹਣ ਅਤੇ ਵਪਾਰੀ ਦੇ ਜ਼ੋਖਮ ਅਤੇ ਖਰਚੇ ਦੇ ਮਾਲ ਨੂੰ ਸੁਰੱਖਿਅਤ ਹਿਰਾਸਤ ਵਿੱਚ ਰੱਖਣ ਦੀ ਆਜ਼ਾਦੀ ਹੈ ਜਾਂ ਜੇਕਰ ਵਪਾਰੀ ਨੇ 48 ਘੰਟਿਆਂ ਵਿੱਚ ਮਾਲ ਦੀ ਰਸੀਦ ਨਹੀਂ ਲਈ ਹੈ ਤਾਂ ਸੀਟੀਓ ਨੇ ਟੈਰਿਫ ਦੇ ਅਨੁਸਾਰ ਡੀਮਰੇਜ ਚਾਰਜ ਕਰ ਸਕਦਾ ਹੈ। ਜੇਕਰ ਕਿਸੇ ਵੀ ਕਾਰਨ ਕਰਕੇ ਕੰਟੇਨਰ ਨੂੰ ਅਨਪੈਕ ਕਰਨ ਦੀ ਲੋੜ ਹੈ ਅਤੇ ਸਮੱਗਰੀ ਨੂੰ ਚਿੰਨ੍ਹਿਤ ਜਾਂ ਨੰਬਰ ਵਜੋਂ ਪਛਾਣਿਆ ਨਹੀਂ ਜਾ ਸਕਦਾ ਹੈ ਤਾਂ ਕਾਰਗੋ ਸ਼ਿਪਿੰਗ, ਤਰਲ, ਰਹਿੰਦ ਖੂੰਹਦ ਅਤੇ ਕੋਈ ਵੀ ਲਾਵਾਰਿਸ ਸਮੱਗਰੀ ਜਿਸ ਲਈ ਹੋਰ ਹਿਸਾਬ ਨਹੀਂ ਕੀਤਾ ਗਿਆ ਹੈ, ਸਮਾਨ ਚਰਿੱਤਰ ਦੇ ਮਾਲ ਦੀ ਵਪਾਰੀ ਨੂੰ ਡਿਲੀਵਰੀ ਨੂੰ ਪੂਰਾ ਕਰਨ ਲਈ ਨਿਰਧਾਰਤ ਕੀਤਾ ਜਾਵੇਗਾ। ਕਿਸੇ ਵੀ ਪ੍ਰਤੱਖ ਕਮੀ, ਭਾਰ ਜਾਂ ਨੁਕਸਾਨ ਦੇ ਅਨੁਪਾਤ ਵਿੱਚ ਅਤੇ ਵਪਾਰੀ ਨੂੰ ਅਜਿਹੇ ਸਮਾਨ ਜਾਂ ਉਸਦੇ ਹਿੱਸੇ ਨੂੰ ਪੂਰੀ ਡਿਲੀਵਰੀ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਸੀਟੀਡੀ ਦੇ ਮੁੱਖ ਤੇ ਦਰਸਾਏ ਅਨੁਸਾਰ ਸੀਟੀਓ ਕੰਟੇਨਰਾਂ ਵਿੱਚ ਸਮਾਨ ਪ੍ਰਦਾਨ ਕਰਦਾ ਹੈ। ਟੱਕਰਧਾਰਾਂ ਨੂੰ ਦੋਸ਼ੀ ਠਹਿਰਾਉਣ ਲਈ ਦੋਵੇਂ। ਜਦੋਂ ਇੱਕ ਜਹਾਜ਼ ਦੂਜੇ ਜਹਾਜ਼ ਦੀ ਲਾਪਰਵਾਹੀ ਕਾਰਨ ਦੂਜੇ ਜਹਾਜ਼ ਨਾਲ ਟਕਰਾ ਜਾਂਦਾ ਹੈ ਤਾਂ ਸੀਟੀਓ ਸਾਰੇ ਨੁਕਸਾਨ ਲਈ ਜ਼ਿੰਮੇਵਾਰ ਹੋਵੇਗਾ। ਅੱਗ। ਸੀਟੀਓ ਕਿਸੇ ਵੀ ਸਮੇਂ ਹੋਣ ਵਾਲੇ ਮਾਲ ਨੂੰ ਨੁਕਸਾਨ ਜਾਂ ਦੇਰੀ ਲਈ ਜਵਾਬਦੇਹ ਨਹੀਂ ਹੋਵੇਗਾ ਅਤੇ ਭਾਵੇਂ ਕਿ ਜਹਾਜ਼ ਵਿੱਚ ਲੋਡ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਿਸੇ ਵੀ ਅੱਗ ਦੇ ਸਾਧਨ ਜਦੋਂ ਤੱਕ ਅਜਿਹੀ ਅੱਗ ਕਾਰਨ ਨਹੀਂ ਹੁੰਦੀ, ਸੀਟੀਓ ਦੀ ਅਸਲ ਨੁਕਸ ਜਾਂ ਗੁਪਤਤਾ। ਸਮਾਨ ਦੀ ਜਾਂਚ। ਸੀਟੀਓ ਕਿਸੇ ਵੀ ਜ਼ਿੰਮੇਵਾਰੀ ਦੇ ਅਧੀਨ ਕਿਸੇ ਵੀ ਸਮੇਂ ਕਿਸੇ ਵੀ ਕੰਟੇਨਰ ਜਾਂ ਪੈਕੇਜ ਨੂੰ ਖੋਲ੍ਹਣ ਅਤੇ ਮਾਲ ਦੀ ਜਾਂਚ ਕਰਨ ਦਾ ਹੱਕਦਾਰ ਨਹੀਂ ਹੈ। ਫਲੈਟਾਂ ਜਾਂ ਪੈਲੇਟਾਂ ਤੋਂ ਇਲਾਵਾ ਹੋਰ ਡੱਬਿਆਂ ਵਿੱਚ ਸਟੋਰ ਕੀਤਾ ਸਮਾਨ ਭਾਵੇਂ ਸੀਟੀਓ ਜਾਂ ਵਪਾਰੀ ਦੁਆਰਾ
ਵਪਾਰੀ ਨੂੰ ਨੋਟਿਸ ਦਿੱਤੇ ਬਿਨਾਂ ਡੈਕ ਤੇ ਜਾਂ ਡੈਕ ਤੇ ਹੇਠਾਂ ਲਿਜਾਇਆ ਜਾ ਸਕਦਾ ਹੈ। ਅਜਿਹੇ ਮਾਲ ਆਮ ਔਸਤ ਵਿੱਚ ਹਿੱਸਾ ਲੈਣਗੇ ਅਤੇ ਹੇਗ ਨਿਯਮਾਂ ਦੇ ਉਦੇਸ਼ਾਂ ਲਈ ਮਾਲ ਦੀ ਪਰਿਭਾਸ਼ਾ ਦੇ ਅੰਦਰ ਮੰਨਿਆ ਜਾਵੇਗਾ। ਸੂਚਨਾ ਅਤੇ ਡਿਲੀਵਰੀ। ਵਪਾਰੀ ਨੂੰ ਮਾਲ ਦੀ ਆਮਦ ਦੀ ਸੂਚਨਾ ਸਿਰਫ ਸੀਟੀਓ ਨੂੰ ਦੇਣੀ ਚਾਹੀਦੀ ਹੈ। ਜੇਕਰ ਵਪਾਰੀ ਇਸ ਨੂੰ ਭੁੱਲ ਜਾਂਦਾ ਹੈ ਤਾਂ ਸੀਟੀਓ ਕਿਸੇ ਵੀ ਸਥਿਤੀ ਵਿੱਚ ਜਵਾਬਦੇਹ ਨਹੀਂ ਹੈ। ਵਪਾਰੀ ਨੂੰ ਸੀਟੀਓ 'ਤੇ ਲਾਗੂ ਟੈਰਿਫ ਵਿੱਚ ਪ੍ਰਦਾਨ ਕੀਤੇ ਗਏ ਸਮੇਂ ਦੇ ਅੰਦਰ ਮਾਲ ਦੀ ਡਿਲੀਵਰੀ ਲੈਣੀ ਚਾਹੀਦੀ ਹੈ। ਜੇਕਰ ਵਪਾਰੀ ਉਸ ਸਮੇਂ ਡਿਲੀਵਰੀ ਨਹੀਂ ਲੈਂਦਾ ਜਦੋਂ ਸੀਟੀਓ ਨੇ ਡਿਲੀਵਰੀ ਲੈਣ ਲਈ ਬੁਲਾਇਆ ਹੈ ਤਾਂ ਸੀਟੀਓ ਬਿਨਾਂ ਨੋਟਿਸ ਦੇ ਮਾਲ ਨੂੰ ਅਨਸਟੋਰ ਕਰਨ ਦਾ ਹੱਕਦਾਰ ਹੋਵੇਗਾ ਅਤੇ ਸੀਟੀਓ ਨੂੰ ਮੰਗ ਕਰਨ ਤੇ ਵਪਾਰੀ ਦੁਆਰਾ ਤੁਰੰਤ ਭੁਗਤਾਨ ਕੀਤਾ ਜਾਵੇਗਾ। ਜੇਕਰ ਵਪਾਰੀ 30 ਦਿਨਾਂ ਦੇ ਅੰਦਰ ਮਾਲ ਦੀ ਡਿਲੀਵਰੀ ਨਹੀਂ ਲੈ ਸਕਦਾ ਤਾਂ ਇਹ ਉਪਧਾਰਾ 2 ਅਤੇ 3 ਦੇ ਤਹਿਤ ਬਕਾਇਆ ਬਣਦਾ ਹੈ। ਬਿਨਾਂ ਕਿਸੇ ਨੋਟਿਸ ਅਤੇ ਜ਼ਿੰਮੇਵਾਰੀ ਤੇ ਜੋ ਵੀ ਸੀਟੀਓ ਨਾਲ ਜੁੜਿਆ ਹੋਵੇ, ਸੀਟੀਡੀ ਦੇ ਸੰਬੰਧ ਵਿੱਚ ਸੀਟੀਓ ਮਾਲ ਵੇਚ ਸਕਦਾ ਹੈ ਜਾਂ ਡਿਸਪੋਜ਼ ਕਰ ਸਕਦਾ ਹੈ। ਸਥਾਨਕ ਧਾਰਾਵਾਂ। ਹਾਲੈਂਡ ਇਸ ਸੀਟੀਡੀ ਨੂੰ ਸਵੀਕਾਰ ਕਰਕੇ ਮਾਲ ਦਾ ਮਾਲਿਕ ਅਤੇ ਮਾਲਿਕ ਨੀਦਰਲੈਂਡਜ਼ ਵਪਾਰਕ ਕੋਡ ਦੇ ਆਰਟੀਕਲ 700 ਨੂੰ ਸਪਸ਼ਟ ਤੌਰ ਤੇ ਮੁਆਫ ਅਤੇ ਤਿਆਗ ਦਿੰਦੇ ਹਨ ਅਤੇ ਸਹਿਮਤ ਹੁੰਦੇ ਹਨ ਕਿ ਮਾਲ ਦਾ ਭਾੜੇ ਦੁਆਰਾ ਕੀਤੇ ਗਏ ਨੁਕਸਾਨ ਅਤੇ ਖਰਚਿਆਂ ਤੇ ਕੁਰਬਾਨੀਆਂ ਭਾਵੇਂ ਕਿ ਅੰਦਰੂਨੀ ਬੁਰਾਈ ਕਾਰਨ ਹੋਈ ਹੋਵੇ, ਜਹਾਜ਼ ਦੀ ਅਯੋਗਤਾ ਜਾਂ ਮਾਸਟਰ ਜਾਂ ਚਾਲਕ ਦਲ ਦੀ ਗਲਤੀ ਜਾਂ ਅਣਗਹਿਲੀ ਨੂੰ ਆਮ ਔਸਤ ਦੇ ਮਾਮਲਿਆਂ ਵਜੋਂ ਮੰਨਿਆ ਜਾਵੇਗਾ। ਇਸ ਅਨੁਸਾਰ ਮਾਲ ਦੇ ਮਾਲਕ ਅਤੇ ਮਾਲਕ ਦੁਆਰਾ ਯੋਗਦਾਨ ਪਾਇਆ ਜਾਵੇਗਾ। ਡੱਚ ਬੰਦਰਗਾਹ ਤੇ ਲੈਂਡਿੰਗ ਖਰਚੇ ਡਿਸਚਾਰਜ ਦੀ ਡੱਚ ਪੋਰਟ ਤੇ ਸ਼ਿਪਿੰਗ ਐਸੋਸੀਏਸ਼ਨ ਨੇ ਟੈਰਿਫ ਦੇ ਅਨੁਸਾਰ ਕੰਸਾਈਨਾਂ ਦੁਆਰਾ ਭੁਗਤਾਨਯੋਗ ਹਨ। ਐਂਟਵਰਪ ਜਹਾਜ਼ਾਂ ਨੇ ਏਜੰਟਾਂ ਦੁਆਰਾ ਨਿਯੁਕਤ ਕਾਰਪੋਰੇਸ਼ਨ ਦੁਆਰਾ ਲੈਂਡ ਅਤੇ ਪ੍ਰਾਪਤ ਕਰਨ ਲਈ ਐਂਟਵਰਪ ਲਈ ਕਾਰਗੋ ਮਾਲ ਭੇਜਣ ਵਾਲੇ ਸਾਰੇ ਰਿਸੈਪਸ਼ਨ ਖਰਚਿਆਂ ਦਾ ਭੁਗਤਾਨ ਕਰਦੇ ਹਨ, ਭਾਵੇਂ ਡਿਲੀਵਰੀ ਸਾਈਟ ਤੋਂ ਕੀਤੀ ਜਾਂਦੀ ਹੈ ਜਾਂ ਖੱਡ ਤੋਂ। ਸਪੇਨ ਮਾਲ ਦੇ ਸਾਰੇ ਬਕਾਏ ਅਤੇ ਟੈਕਸ ਮਾਲ ਪ੍ਰਾਪਤ ਕਰਨ ਵਾਲੇ ਦੁਆਰਾ ਅਦਾ ਕੀਤੇ ਜਾਣਗੇ। ਪੁਰਤਗਾਲ ਚੇਤਾਵਨੀ ਇਸ ਸੀਟੀਡੀ ਨੂੰ ਉਦੋਂ ਤੱਕ ਸਟੈਂਪਿੰਗ ਲਈ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ ਜਦੋਂ ਤੱਕ ਇਹ ਜਹਾਜ਼ ਦੇ ਏਜੰਟਾਂ ਦੁਆਰਾ ਪ੍ਰਮਾਣਿਤ ਨਹੀਂ ਹੋ ਜਾਂਦਾ। ਫਰਾਂਸ ਫ੍ਰੈਂਚ ਬੰਦਰਗਾਹ ਤੋਂ ਮਾਲ ਦੀ ਕੋਈ ਵੀ ਢੋਆ ਢੁਆਈ ਮੌਜੂਦਾ ਸੀਟੀਡੀ ਦੀਆਂ ਸਾਰੀਆਂ ਸ਼ਰਤਾਂ, ਮੁਆਫੀ ਅਤੇ ਦੇਣਦਾਰੀ ਦੀਆਂ ਸੀਮਾਵਾਂ ਅਤੇ ਸੀਟੀਓ ਜਾਂ ਕੈਪਟਨ ਦੇ ਲਾਭ ਦੀਆਂ ਸਾਰੀਆਂ ਸੀਮਾਵਾਂ ਅਤੇ ਦੇਣਦਾਰੀ ਦੀਆਂ ਸੀਮਾਵਾਂ ਦੇ ਅਧੀਨ ਕੀਤੀ ਜਾਂਦੀ ਹੈ, ਜਿਵੇਂ 24 ਅਗਸਤ 1924 ਨੂੰ ਬਿਲ ਆਫ ਲੀਡਿੰਗਾਂ ਬਾਰੇ ਬਰਸੇਲਸ ਕਨਵੈਨਸ਼ਨ ਦੁਆਰਾ ਪ੍ਰਦਾਨ ਕੀਤਾ ਗਿਆ ਹੈ। ਬੈਲਜੀਅਮ, ਹਾਲੈਂਡ ਅਤੇ ਜਰਮਨੀ ਲਈ ਬੈਗਡ ਕਾਰਗੋ ਡਿਸਚਾਰਜ ਦੇ ਦੌਰਾਨ ਬੋਰਡ ਤੇ ਤੋਲਣ ਦੀ ਇਜਾਜ਼ਤ ਸਿਰਫ ਜਹਾਜ਼ ਦੇ ਏਜੰਟਾਂ ਦੀ ਆਗਿਆ ਦੁਆਰਾ ਦਿੱਤੀ ਜਾਂਦੀ ਹੈ। ਜੇਕਰ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਬੋਰਡ ਦੇ ਅਜਿਹੇ ਤੋਲਣ ਦੇ ਨਤੀਜੇ ਵਜੋਂ ਜਹਾਜ਼ ਦੁਆਰਾ ਕੀਤੇ ਗਏ ਸਾਰੇ ਵਾਧੂ ਖਰਚੇ, ਚਾਹੇ ਵਾਧੂ ਸਟੀਵ ਡੋਰਿੰਗ ਖਰਚਿਆਂ ਦੇ ਸੰਬੰਧ ਵਿੱਚ ਜਾਂ ਹੋਰ ਕਿਸੇ ਵੀ ਰਿਵਾਜ ਦੇ ਉਲਟ, ਰਿਸੀਵਰ ਦੇ ਖਾਤੇ ਲਈ ਹੋਣਗੇ। ਜਹਾਜ਼ ਦੇ ਏਜੰਟਾਂ ਦੁਆਰਾ ਇਜਾਜ਼ਤ ਕਿਸੇ ਵੀ ਸਮੇਂ ਡਿਸਚਾਰਜ ਦੇ ਦੌਰਾਨ ਵਾਪਸ ਲਈ ਜਾ ਸਕਦੀ ਹੈ। ਬਿਨਾਂ ਕਿਸੇ ਭੇਦਭਾਵ ਦੇ ਜਹਾਜ਼ ਦੇ ਮਾਲਕ ਦੇ ਵਾਧੂ ਖਰਚਿਆਂ ਦੀ ਵਸੂਲੀ ਕਰਨ ਦੇ ਅਧਿਕਾਰ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਲੰਡਨ ਬੰਦਰਗਾਹ ਦੇ ਕਿਸੇ ਵੀ ਰਿਵਾਜ ਦੇ ਉਲਟ ਹੋਣ ਦੇ ਬਾਵਜੂਦ ਜਹਾਜ਼ ਨੂੰ ਲੰਡਨ ਦੀ ਖੱਡ ਤੋਂ ਸਾਰਾ ਮਾਲ ਪਹੁੰਚਾਉਣ ਦੀ ਆਜ਼ਾਦੀ ਹੈ। ਕੰਸਾਈ ਨੂੰ ਸਲਾਹਕਾਰ ਸਟੀਵ ਡੋਰਿੰਗ ਤੋਂ ਇਲਾਵਾ ਸਾਰੇ ਖਰਚਿਆਂ ਦਾ ਭੁਗਤਾਨ ਕਰਨਾ ਹੋਵੇਗਾ। ਸੀਅਰਾ ਲਿਓਨ ਮਾਲ ਦੀ ਛਾਂਟੀ ਕਰਨ ਦੀ ਲਾਗਤ ਜਹਾਜ਼ ਦੇ ਏਜੰਟ ਦੁਆਰਾ ਕੀਤੀ ਜਾਂਦੀ ਹੈ, ਜਿਸ ਦਾ ਭੁਗਤਾਨ ਮਾਲ ਭੇਜਣ ਵਾਲੇ ਦੁਆਰਾ ਕੀਤੀ ਜਾਣੀ ਹੈ। ਲੋਹੇ ਜਾਂ ਸਟੀਲ ਦੇ ਕੋਣ, ਬਾਰਾਂ, ਚੈਨਲਾਂ, ਪਲੇਟਾਂ, ਰਾਡਾਂ, ਚਾਦਰਾਂ, ਟੀਜ਼, ਪਾਈਪਾਂ, ਟਿਊਬਾਂ, ਅੰਤ ਦੀ ਪਲੇਟ ਅਤੇ ਕਪਲਿੰਗ ਭੇਜੇ ਜਾਂਦੇ ਹਨ। ਸੀਟੀਓ ਸਹੀ ਡਿਲੀਵਰੀ ਲਈ ਜ਼ਿੰਮੇਵਾਰ ਨਹੀਂ ਹੈ। ਡਿਲੀਵਰੀ ਦੇ ਸਥਾਨ ਤੇ ਕੀਤੇ ਗਏ ਸਾਰੇ ਖਰਚੇ ਨਾਕਾਫੀ ਸੁਰੱਖਿਅਤ ਜਾਂ ਨਿਸ਼ਾਨਬੱਧ ਵਸੀਅਤ ਦੇ ਨਤੀਜੇ ਵਜੋਂ ਭੇਜਣ ਵਾਲਿਆਂ ਦੁਆਰਾ ਭੁਗਤਾਨਯੋਗ ਹੋਵੇਗਾ, ਜਦੋਂ ਤੱਕ ਹਰ ਟੁਕੜਾ ਰਜਿਸਟਰਡ ਹੈ ਅਤੇ ਪੱਕੇ ਤੌਰ ਤੇ ਤੇਲ ਪੇਂਟ ਨਾਲ ਚਿੰਤਿਤ ਹੈ। ਹਰ ਬੰਡਲ ਨੂੰ ਸੁਰੱਖਿਅਤ ਢੰਗ ਨਾਲ ਬੰਨ੍ਹਿਆ ਗਿਆ ਹੈ, ਵੱਖਰੇ ਤੌਰ ਤੇ ਅਤੇ ਪੱਕੇ ਤੌਰ ਤੇ ਤੇਲ ਪੇਂਟ ਅਤੇ ਧਾਤ ਨਾਲ ਚਿੰਨ੍ਹਿਤ ਕੀਤਾ ਗਿਆ ਹੈ ਤਾਂ ਜੋ ਹਰੇਕ ਟੁਕੜੇ ਜਾਂ ਬੰਡਲ ਨੂੰ ਡਿਸਚਾਰਜ ਦੀ ਬੰਦਰਗਾਹ ਤੇ ਵੱਖਰਾ ਕੀਤਾ ਜਾ ਸਕੇ। ਰਜਿਸਟ੍ਰੇਟਿਡ ਕਾਰਗੋ ਵਪਾਰੀ ਕਿਸੇ ਵੀ ਮਾਲ ਦੀ ਢੋਆ ਢੁਆਈ ਲਈ ਟੈਂਡਰ ਨਾ ਦੇਣ ਦੀ ਵਚਨਬੱਧਤਾ ਕਰਦਾ ਹੈ, ਜਿਸ ਲਈ ਰਜਿਸਟ੍ਰੇਸ਼ਨ ਦੀ ਲੋੜ ਹੁੰਦੀ ਹੈ। ਪਹਿਲਾਂ ਉਹਨਾਂ ਦੀ ਪ੍ਰਕਿਰਤੀ ਅਤੇ ਵਿਸ਼ੇਸ਼ ਤਾਪਮਾਨਾਂ
ਅਤੇ ਵਿਸ਼ੇਸ਼ ਤਾਪਮਾਨ ਸੀਮਾ ਨੂੰ ਬਣਾਈ ਰੱਖਣ ਲਈ ਲਿਖਤੀ ਨੋਟਿਸ ਦਿੱਤੇ ਬਿਨਾਂ ਵਪਾਰੀ ਦੁਆਰਾ ਜਾਂ ਉਸ ਦੀ ਤਰਫੋਂ ਪੈਕ ਕੀਤੇ ਕਿਸੇ ਫ੍ਰਿਜ ਵਾਲੇ ਕੰਟੇਨਰ ਦੇ ਮਾਮਲੇ ਵਿੱਚ ਉਹ ਅੱਗੇ ਇਸ ਵਾਅਦਾ ਕਰਦਾ ਹੈ ਕਿ ਮਾਲ ਨੂੰ ਕੰਟੇਨਰ ਵਿੱਚ ਸਹੀ ਢੰਗ ਨਾਲ ਸਟੋਰ ਕੀਤਾ ਗਿਆ ਹੈ ਅਤੇ ਇਹ ਥਰਮੋਸਟੈਟਿਕ ਕੈਰੀਅਰ ਦੁਆਰਾ ਮਾਲ ਦੀ ਪ੍ਰਾਪਤੀ ਤੋਂ ਪਹਿਲਾਂ ਉਸਦੇ ਦੁਆਰਾ ਨਿਯੰਤਰਣ ਉਚਿਤ ਰੂਪ ਵਿੱਚ ਨਿਰਧਾਰਿਤ ਕੀਤੇ ਗਏ ਹਨ ਜੇਕਰ ਉਪਰੋਕਤ ਲੋੜਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ। ਜੇਕਰ ਉਪਰੋਕਤ ਲੋੜਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ ਤਾਂ ਕੈਰੀਅਰ ਮਾਲ ਦੇ ਕਿਸੇ ਵੀ ਨੁਕਸਾਨ ਜਾਂ ਦੇਰੀ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਜੋ ਵੀ ਪੈਦਾ ਹੁੰਦਾ ਹੈ। ਲੁਪਤ ਨੁਕਸ, ਵਿਗਾੜ, ਟੁੱਟਣ, ਰਜਿਸਟਰੇਟਿੰਗ ਮਸ਼ੀਨਰੀ ਦੇ ਰੁਕਣ, ਪਲਾਂਟ ਇਨਸੂਲੇਸ਼ਨ ਅਤੇ ਜਾਂ ਕੰਟੇਨਰ, ਜਹਾਜ਼, ਆਵਾਜਾਈ ਅਤੇ ਹੋਰ ਕਿਸੇ ਵੀ ਹੋਰ ਸਹੂਲਤਾਂ ਦੇ ਕਿਸੇ ਵੀ ਉਪਕਰਨ 'ਤੇ ਨੁਕਸਾਨ ਜਾਂ ਦੇਰੀ ਲਈ ਕੈਰੀਅਰ ਜ਼ਿੰਮੇਵਾਰ ਨਹੀਂ ਹੋਵੇਗਾ, ਬਸ਼ਰਤੇ ਕਿ ਕੈਰੀਅਰ ਆਵਾਜਾਈ ਤੋਂ ਪਹਿਲਾਂ ਜਾਂ ਸ਼ੁਰੂ ਵਿੱਚ ਇੱਕ ਕੁਸ਼ਲ ਸਥਿਤੀ ਵਿੱਚ ਫ੍ਰਿਜ ਵਾਲੇ ਕੰਟੇਨਰ ਨੂੰ ਬਣਾਈ ਰੱਖਣ ਲਈ ਮਿਹਨਤ ਨਾਲ ਅਭਿਆਸ ਕਰੋ। ਇਸ ਦੇ ਨਾਲ ਅਸੀਂ ਵੀਡੀਓ ਨੂੰ ਖਤਮ ਕਰਦੇ ਹਾਂ। ਤੁਹਾਨੂੰ ਹੁਣ ਸਮੁੰਦਰੀ ਆਵਾਜਾਈ ਦੇ ਸੰਬੰਧ ਵਿੱਚ ਇੱਕ ਬਿੱਲ ਆਫ ਲੀਡਿੰਗ ਵਿੱਚ ਪਾਰਟੀਆਂ ਨੂੰ ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਦੀ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ। ਕਿਰਪਾ ਕਰਕੇ ਸਵਾਲਾਂ ਅਤੇ ਗੱਲਬਾਤ ਲਈ ਟਿੱਪਣੀ ਭਾਗ ਵਿੱਚ ਸਾਡੇ ਤੱਕ ਪਹੁੰਚਣ ਵਿੱਚ ਸੰਕੋਚ ਨਾ ਕਰੋ। For detailed learning of all logistics subjects, visit www.logiveda.com.